बहुत ही प्यारे बच्चों, मेरे ਵੱਲੋਂ ਤੁਹਾਨੂੰ ਸਾਰਿਆਂ ਨੂੰ बहुत ही प्यार ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਪੰਜਾਬੀ ਸੱਭਿਆਚਾਰ ਬਹੁਤ ਵਿਸ਼ਾਲ ਸੱਭਿਆਚਾਰ ਹੈ। ਅੰਤ ਹੀ ਨਹੀਂ ਇਸ ਸੱਭਿਆਚਾਰ ਦੀ। ਅੱਜ ਆਪਾਂ ਗੱਲ ਕਰਾਂਗੇ ਢੋਲਾ। ਢੋਲਾ ਕੀ ਹੈ, ਢੋਲੇ ਦੇ ਬੋਲ ਕੀ ਹਨ, ਤੇ ਆਪਾਂ ਤੁਹਾਡੇ ਨਾਲ ਇਹ ਸਾਂਝਾ ਕਰਾਂਗੇ। आओ मेरे नाल बच्चों, तुहानूं मैं दसां लोक ਸਾਹਿਤ ਦੀ ਇੱਕ ਵੰਨਗੀ ਢੋਲਾ। ਬੱਚਿਓ, ਢੋਲਾ ਪੱਛਮੀ ਪੰਜਾਬ ਦਾ ਲੋਕ ਗੀਤ ਹੈ। ਇਹ 12 ਜਿਵੇਂ ਸੰਦਲਬਾਰ, ਗੰਜੀਬਾਰ, ਰਾਵੀਬਾਰ ਵਿੱਚ ਬਹੁਤ ਹਰਮਨ ਪਿਆਰਾ ਹੈ। ਹੋਰ ਲੋਕ ਗੀਤਾਂ ਵਾਂਗ ਢੋਲਿਆਂ ਦੇ ਰਚਨਹਾਰੇ ਵੀ ਲੋਕ ਕਵੀ ਹੁੰਦੇ ਹਨ। ਬਾਰ ਦੇ ਲੋਕ ਇਹਨਾਂ ਨੂੰ ਸ਼ਾਇਰ ਕਹਿੰਦੇ ਹਨ, ਪਰ ਇਹਨਾਂ ਢੋਲਿਆਂ ਉੱਤੇ ਕਿਸੇ ਵੀ ਕਵੀ ਦਾ ਨਾਂ ਅੰਕਿਤ ਨਹੀਂ ਹੈ। ਢੋਲਿਆਂ ਵਿੱਚ 12 ਦੇ ਮੱਧਕਾਲੀਨ ਸਮਾਜ ਦਾ ਚਿੱਤਰ ਹੁੰਦਾ ਹੈ। ਢੋਲੇ ਦੀ ਬਣਤਰ ਸਾਦੀ ਹੁੰਦੀ ਹੈ। ਪੋਠੋਹਾਰ, ਧਨੀ ਆਦਿ ਦੇ ਢੋਲੇ 3-3 ਸਤਰਾਂ ਦੇ ਹੁੰਦੇ ਹਨ, ਪਰ 12 ਦੇ ਢੋਲੇ ਲਮੇਰੇ ਹੁੰਦੇ ਹਨ। ਢੋਲੇ ਵਿੱਚ ਕਿਸੇ ਵਿਸ਼ੇਸ਼ ਛੰਦ ਦੀ ਵਰਤੋਂ ਨਹੀਂ ਹੁੰਦੀ। ਇਸ ਨੂੰ ਪੰਜਾਬ ਦੀ ਅਤ ਪੁਰਾਤਨ ਖੁੱਲ੍ਹੀ ਕਵਿਤਾ ਕਿਹਾ ਜਾ ਸਕਦਾ ਹੈ। ਇਸ ਵਿੱਚ ਕਹਿਰਾਂ ਦਾ ਜਜ਼ਬਾ ਹੁੰਦਾ ਹੈ, ਜਿਸ ਕਰਕੇ ਤੋਲ ਤਕਾਂਤ ਨਾਲੋਂ ਸੰਗੀਤ ਅਤੇ ਲੈਅ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ। ਢੋਲਾ ਕਿਸੇ ਸਾਜ਼ ਨਾਲ ਗਾਇਆ ਜਾਣ ਵਾਲਾ ਲੋਕ ਗੀਤ ਨਹੀਂ। ਢੋਲਾ ਗਾਉਣ ਵਾਲਾ ਆਪਣੇ ਸੱਜੇ ਹੱਥ ਨੂੰ ਕੰਨ 'ਤੇ ਰੱਖ ਕੇ ਗਾਉਂਦਾ ਹੈ। ਢੋਲੇ ਬਾਰ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੇ ਹਨ। ਢੋਲਿਆਂ ਦੇ ਵਿਸ਼ੇ ਪਿਆਰ, ਪ੍ਰੇਮੀਆਂ ਦੇ ਗਿਲੇ ਸ਼ਿਕਵੇ, ਨਿਹੋਰੇ, ਉਲਾਮੇ, ਹੀਰ ਰਾਂਝਾ, ਸੱਸੀ ਪੁੰਨੂ ਆਦਿ ਪਿਆਰ ਕਹਾਣੀਆਂ, ਨੂੰਹ ਸੱਸ ਦੇ ਰਿਸ਼ਤੇ, ਮੱਝਾਂ, ਊਠ ਤੇ ਘਰ ਦੇ ਹੋਰ ਪਸ਼ੂ, ਜੰਗਲ, ਦਰਿਆ ਆਦਿ ਪ੍ਰਕਿਰਤੀ ਦੇ ਦ੍ਰਿਸ਼, ਰਾਠਾਂ ਦੀਆਂ ਲੜਾਈਆਂ ਅਤੇ ਮੌਤ ਆਦਿ ਹਨ। ਕਈ ਢੋਲਿਆਂ ਵਿੱਚ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਅਤੇ ਨਾਇਕ ਨਾਇਕਾਵਾਂ ਦਾ ਕਲਾਤਮਿਕ ਚਿਤਰਣ ਹੈ। ਇਸ ਵਿੱਚ ਢੋਲਿਆਂ ਨੂੰ ਜਾਂਗਲੀਆਂ ਦੇ ਮੂੰਹੋਂ ਬੋਲਦਾ ਇਤਿਹਾਸ ਕਿਹਾ ਜਾਂਦਾ ਹੈ। ਕਈ ਢੋਲਿਆਂ ਵਿੱਚ ਸੂਫੀ ਰੰਗ ਵੀ ਝਲਕਦਾ ਹੈ। ਜੋ 11ਵੀਂ ਜਮਾਤ ਦੀ ਪਾਠ ਪੁਸਤਕ ਹੈ, ਉਸ ਵਿੱਚ 5 ਢੋਲੇ ਵੰਨਗੀ ਵਜੋਂ ਦਿੱਤੇ ਗਏ ਹਨ। ਸੋ ਬੱਚੋ, ਬਹੁਤ ਸੋਹਣੇ ਗਾਏ ਜਾਂਦੇ ਹਨ। ਇਹਨਾਂ ਨੂੰ ਗਾਉਣ ਲਈ ਕਿਸੇ ਵੀ ਸੰਗੀਤ ਦੀ ਜ਼ਰੂਰਤ ਨਹੀਂ ਹੁੰਦੀ। ਜੋ ਆਪਣੀ ਪਾਠ ਪੁਸਤਕ ਹੈ, ਉਸ ਵਿੱਚ ਜੋ ਪਹਿਲਾ ਢੋਲਾ ਹੈ, ਉਸ ਦਾ ਨਾਮ ਹੈ ਕੰਨਾਂ ਨੂੰ ਸੋਹਣੇ ਬੁੰਦੇ। ਸੋ ਬੁੰਦੇ ਕੰਨਾਂ ਦਾ ਗਹਿਣਾ ਹੁੰਦੇ ਹਨ ਬੱਚੋ, ਅਤੇ ਦੇਖਦੇ ਹਾਂ ਫਿਰ ਆਪਾਂ ਕੀ ਹੈ ਇਸ ਦੇ ਵਿੱਚ। ਕੰਨਾਂ ਨੂੰ ਸੋਹਣੇ ਬੁੰਦੇ, ਸਿਰ 'ਤੇ ਛੱਤੇ ਲੋਰਦੇ, ਗੋਰੀ ਦੇ ਪੈਰੀਂ ਕਾਂਢਵੀਂ ਜੁੱਤੀ, ਰੱਖਦੀ ਪੱਬ ਮਰੋੜ ਕੇ, ਸੌੜੀਆਂ ਗਲੀਆਂ ਤੇ ਛੋਰਾ ਕਰਨਾ ਇੰਜ ਬਖੇੜੇ, ਲੜ ਸਲਾਰੀ ਦਾ ਛੋੜ ਦੇ, ਪਹਿਲੋਂ ਭੰਨੀਆਂ ਨੀ ਵੰਗਾਂ, ਮੁੜ ਬਾਂਹ ਸੁੱਟੀਆਂ ਮਰੋੜ ਕੇ, ਸੌਦੇ ਦਿਲਾਂ ਦੇ ਹੁੰਦੇ ਨੇ, ਕਦੀ ਨੇਹੂ ਨਾ ਲੱਗਦੇ ਜ਼ੋਰ ਦੇ, ਤੇਰੇ ਮਗਰ ਛੋੜੇ ਵਸਦੇ ਮਾਪੇ, ਇਹ ਸਾਰੇ ਥੈਂ ਵਸਦੇ ਸਹੇਲੀਆਂ ਦੇ ਕੋਲ ਦੇ, ਕੀਤਾ ਈ ਨਸ਼ਈ ਮੇਰਾ ਕਮਲਾ ਢੋਲਾ, ਪਿਆਲੇ ਪਲਾਈ ਨੀ ਭੰਗ ਦੇ ਘੋਲ ਕੇ, ਪਿਆਲੇ ਪਲਾਈ ਨੀ ਭੰਗ ਦੇ ਘੋਲ ਕੇ। ਬੱਚੋ, ਬਹੁਤ ਸੋਹਣੇ ਸੁਰ 'ਚ ਗਾਇਆ ਜਾਂਦਾ ਹੈ, ਠੀਕ ਹੈ ਨਾ। ਪਰ ਤੁਹਾਨੂੰ ਸਮਝਾਉਣ ਲਈ ਆਪਾਂ ਇਸ ਨੂੰ ਉਂਝ ਹੀ ਇੱਕ ਤਰ੍ਹਾਂ ਨਾਲ ਪੜ੍ਹ ਕੇ ਤੁਹਾਨੂੰ ਦੱਸ ਰਹੇ ਹਾਂ। ਇਸ ਦੇ ਵਿੱਚ ਕੀ ਕਿਹਾ ਗਿਆ ਹੈ ਇੱਕ ਲੜਕੀ ਦੇ ਵੱਲੋਂ ਕਿ ਕੰਨਾਂ ਨੂੰ ਸੋਹਣੇ ਬੁੰਦੇ। ਬੁੰਦੇ ਕੀ ਹੁੰਦੇ ਨੇ? ਕੰਨਾਂ ਦਾ ਗਹਿਣਾ ਹੁੰਦਾ। ਸਿਰ 'ਤੇ ਛੱਤੇ ਲੋਰਦੇ, ਛੱਤੇ ਕੀ ਹੁੰਦੇ ਨੇ? ਸੰਘਣੇ ਵਾਲ, ਮਤਲਬ ਬਹੁਤ ਸੋਹਣੇ ਵਾਲ। ਲੋਰਦੇ ਮਤਲਬ ਬਹੁਤ ਸੁੰਦਰ। ਗੋਰੀ ਦੇ ਪੈਰੀਂ ਕਾਢਵੀਂ ਜੁੱਤੀ, ਮਤਲਬ ਬਹੁਤ ਸੋਹਣੀ ਕਢਾਈ ਵਾਲੀ ਜੁੱਤੀ ਪਾਈ ਹੋਈ ਹੈ। ਰੱਖਦੀ ਪੱਬ ਮਰੋੜ ਕੇ, ਪੱਬ ਦਾ ਮਤਲਬ ਕੀ ਹੁੰਦਾ ਬੱਚੋ? ਪੈਰ, ਵੀ ਉਹ ਪੈਰਾਂ ਨੂੰ ਮਰੋੜ ਕੇ ਰੱਖਦੀ ਹੈ, ਠੀਕ ਹੈ ਨਾ। ਇਸ ਦੇ ਵਿੱਚ ਕੀ ਕਿਹਾ ਗਿਆ ਬੱਚੋ? ਇੱਕ ਲੜਕੀ ਦੀ ਉਸਤਤ ਕੀਤੀ ਗਈ ਹੈ, ਠੀਕ ਹੈ ਨਾ। ਗੋਰੀ ਮੁਟਿਆਰ ਦੇ ਕੰਨਾਂ ਵਿੱਚ ਸੋਹਣੇ ਬੁੰਦੇ ਪਾਏ ਹਨ।
ਉਸ ਦੇ ਸਿਰ ਉੱਪਰ ਲੋੜੇ ਦੇ ਭਾਰੇ ਵਾਲ ਹਨ। ਉਸ ਦੇ ਪੈਰਾਂ ਵਿੱਚ ਸੁੰਦਰ ਕਢਾਈ ਵਾਲੀ ਜੁੱਤੀ ਪਾਈ ਹੈ ਅਤੇ ਉਹ ਪੱਬ ਮਰੋੜ ਮਰੋੜ ਕੇ ਰੱਖਦੀ ਹੈ, ਮਤਲਬ ਬਹੁਤ ਸੋਹਣੀ ਤੋਰ ਉਹ ਤੁਰਦੀ ਹੈ। ਸੌੜੀਆਂ ਗਲੀਆਂ ਤੇ ਛੋਰਾ ਕਰਨਾ ਇੰਝ ਬਖੇੜੇ, ਮੁਟਿਆਰ ਕਹਿੰਦੀ ਹੈ ਗੱਭਰੂ ਨੂੰ, ਠੀਕ ਹੈ ਨਾ, ਵੀ ਤੂੰ ਇਸ ਤਰ੍ਹਾਂ ਤੰਗ ਗਲੀਆਂ ਦੇ ਵਿੱਚ ਮੈਨੂੰ ਠੱਠਾ ਮਖੌਲ ਨਾ ਕਰ। ਲੜ ਸਲਾਰੀ ਦਾ ਛੋੜ ਦੇ, ਵੀ ਤੂੰ ਮੇਰੀ ਚੁੰਨੀ ਦਾ ਜੋ ਲੜ ਹੈ ਉਹ ਛੱਡ ਦੇ। ਇਸਤਰੀਆਂ ਦੇ ਸਿਰ ਉੱਪਰ ਲੈਣ ਵਾਲੇ ਕੱਪੜੇ ਨੂੰ ਕਿਹਾ ਗਿਆ ਬੱਚੋ, ਠੀਕ ਹੈ ਨਾ, ਦੁਪੱਟਾ ਚੁੰਨੀ। ਪਹਿਲੋਂ ਭੰਨੀਆਂ ਨਹੀਂ ਵੰਗਾਂ, ਵੀ ਪਹਿਲਾਂ ਮੇਰੀਆਂ ਵੰਗਾਂ ਭੰਨ ਦਿੱਤੀਆਂ, ਮੁੜ ਬਾਂਹ ਸੁੱਟੀ ਆ ਮਰੋੜ ਕੇ, ਵੀ ਤੂੰ ਫਿਰ ਮੇਰੀ ਬਾਂਹ ਮਰੋੜ ਦਿੱਤੀ। ਸੌਦੇ ਦਿਲਾਂ ਦੇ ਹੁੰਦੇ ਨੇ, ਵੀ ਇਹ ਦਿਲਾਂ ਦੇ ਸੌਦੇ ਹੁੰਦੇ ਨੇ, ਵੀ ਕੋਈ ਜ਼ਬਰਦਸਤੀ ਵਾਲਾ ਪਿਆਰ ਨਹੀਂ ਹੁੰਦਾ, ਕਦੀ ਨਿਊ ਨਾ ਲੱਗਦੇ ਜ਼ੋਰ 'ਤੇ, ਠੀਕ ਹੈ ਨਾ, ਵੀ ਜ਼ਬਰਦਸਤੀ ਦੇ ਨਾਲ ਨਹੀਂ ਕਿਸੇ ਨੂੰ ਆਪਣਾ ਬਣਾ ਸਕਦੇ। ਤੇਰੇ ਮਗਰ ਛੋੜੇ ਵਾਸਤੇ ਮਾਪੇ, ਠੀਕ ਹੈ ਨਾ, ਵੀ ਉਹ ਲੜਕੀ ਕਹਿੰਦੀ ਹੈ ਗੱਭਰੂ ਨੂੰ ਵੀ ਤੇਰੇ ਪਿੱਛੇ ਮੈਂ ਆਪਣੇ ਮਾਪੇ ਛੱਡ ਦਿੱਤੇ ਨੇ। ਇਹ ਸਾਰੇ ਥੈਂ, ਠੀਕ ਹੈ ਨਾ, ਵੀ ਇਹ ਸਾਰੇ ਥੈਂ ਦਾ ਮਤਲਬ ਕੀ ਹੈ, ਇਹ ਸਾਰੇ ਥੈਂ ਮਤਲਬ ਕੀ ਹੈ, ਇਹ ਸਾਰੇ ਪਿੰਡ ਮਤਲਬ, ਠੀਕ ਹੈ। ਤਾਂ ਵਸਦੇ ਸਹੇਲੀਆਂ ਦੇ ਕੋਲ ਦੇ, ਠੀਕ ਹੈ ਨਾ, ਵੀ ਜਿੱਥੇ ਮੇਰੀਆਂ ਸਾਰੀਆਂ ਸਹੇਲੀਆਂ ਵਿਆਹੀਆਂ ਗਈਆਂ ਹਨ। ਕੀਤਾ ਹੀ ਨਸ਼ੀ ਮੇਰਾ ਕਮਲਾ ਢੋਲਾ, ਤਾਂ ਉਹ ਕਹਿੰਦੀ ਹੈ ਵੀ ਮੇਰੇ ਜਿਹੜੇ ਕਮਲੇ ਢੋਲੇ ਨੂੰ ਨਸ਼ਈ ਕਰ ਦਿੱਤਾ ਗਿਆ, ਪਿਆਲੇ ਪਲਾਏ ਨਹੀਂ ਭੰਗ ਦੇ ਘੋਲ ਕੇ, ਠੀਕ ਹੈ ਨਾ। ਤਾਂ ਉਹ ਕਹਿੰਦੀ ਹੈ ਵੀ ਉਸ ਦਾ ਹੁਸਨ ਇੰਨਾ ਜ਼ਿਆਦਾ ਏ, ਠੀਕ ਹੈ ਨਾ, ਵੀ ਉਸ ਦੇ ਹੁਸਨ ਨੇ ਉਸ ਗੱਭਰੂ ਨੂੰ ਕੀ ਕਰਤਾ, ਇੱਕ ਭੰਗ ਦੇ ਨਸ਼ੇ ਦੀ ਤਰ੍ਹਾਂ ਕਿ ਉਸ ਨੂੰ ਨਸ਼ਈ ਕਰ ਦਿੱਤਾ, ਠੀਕ ਹੈ ਨਾ ਬੱਚੋ। ਅਤੇ ਇਸ ਦੇ ਨਾਲ ਸੰਬੰਧਿਤ ਜੋ ਪ੍ਰਸ਼ਨ ਉੱਤਰ ਨੇ, ਵੀ ਕੰਨਾਂ ਨੂੰ ਸੋਹਣੇ ਬੁੰਦੇ, ਢੋਲੇ ਵਿੱਚ ਗੋਰੀ ਦੇ ਪੈਰਾਂ ਵਿੱਚ ਕਿਹੋ ਜਿਹੀ ਜੁੱਤੀ ਹੈ, ਕਾਢਵੀਂ ਜੁੱਤੀ ਹੈ। ਕੰਨਾਂ ਨੂੰ ਸੋਹਣੇ ਬੁੰਦੇ, ਢੋਲੇ ਅਨੁਸਾਰ ਨੇਹੋ ਕਿਸ ਤਰ੍ਹਾਂ ਨਹੀਂ ਲੱਗਦੇ, ਮਤਲਬ ਜੋ ਸੰਬੰਧ ਹੁੰਦੇ ਨੇ ਕਿਸ ਤਰ੍ਹਾਂ ਨਹੀਂ ਉਹ ਰਿਸ਼ਤੇ ਬਣਦੇ ਜ਼ੋਰ ਨਾਲ। ਕੰਨਾਂ ਨੂੰ ਸੋਹਣੇ ਬੁੰਦੇ, ਢੋਲੇ ਵਿੱਚ ਕਮਲੇ ਢੋਲੇ ਦੇ ਕਾਹਦੇ ਨਾਲ ਨਸ਼ਈ ਹੋਣ ਦਾ ਜ਼ਿਕਰ ਹੈ, ਹੁਸਨ ਦੇ ਨਾਲ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ ਬੱਚੋ ਬੁੱਤ ਬਨੋਟਿਆ। ਬੁੱਤ ਬਨੋਟਿਆ ਤੇਰੀ ਪੀਲ ਲੋੜੀਂਦੀ, ਕੋਲ ਵਸਿੰਦਿਆਂ ਦੀਆਂ ਓਟਾਂ ਚੰਗੀਆਂ, ਮੈਂ ਸਿਰੂ ਵਾਰ ਕੇ ਪਾਣੀ ਪੀਂਦੀ, ਮੈਂ ਮੁੱਠੀ ਮੀਟ ਕੇ ਬਹਿ ਗਈਆਂ, ਕੋਲੋਂ ਸੱਜਣਾ ਦੀ ਝੋਕ ਲਦਿੰਦੀ, ਮੈਂ ਪੈ ਕਪਰ ਨੂੰ ਪਈਆਂ, ਕੰਦੀ ਦੂਰ ਦਸਿੰਦੀ, ਅਗਲੇ ਲੱਦੀ ਜਾਂਦੇ ਨੂੰ ਪਿਛਲਿਆਂ ਦੀ ਰੁੰਗ ਸੁਣੀਂਦੀ, ਸਈਆਂ ਦੇਵਣ ਤਾਨੇ ਤਰਕਲਿਆਂ ਦੀ ਚੁੰਝੂ ਮੱਛੀ ਵਾਂਗ ਤਲੀਂਦੀ, ਦੁਖਿਆਰੇ ਮਰ ਕਿਉਂ ਨਾ ਵਹਿੰਦੇ, ਕਦੀ ਮੂੰਹ ਮੰਗਿਆ ਮੌਤ ਵੀ ਥੀਂਦੀ, ਇਸ ਜੀਵੇ ਨਾਲੋਂ ਮਰ ਜਾਵਣ ਚੰਗਾ ਹੁੰਦਾ ਏ, ਘੋਲ ਕੇ ਮੋਹਰਾ ਪੀਂਦੀ, ਇਹਨਾਂ ਵਣਾਂ ਵਿੱਚ ਨਿਕਲਣ ਯਾਰ ਅਸਾਡੇ, ਮੈਂ ਜਿੰਦੀਆਂ ਸਈਆਂ ਦੇ ਵਿੱਚ ਗਣੀਂਦੀ। ਬਹੁਤ ਸੋਹਣੇ ਅਲਫਾਜ਼ ਨੇ ਬੱਚੋ, ਅਤ ਸੁੰਦਰ। ਬੁੱਤ ਬਨੋਟਿਆ ਕਿਸ ਨੂੰ ਕਿਹਾ ਜਾਂਦਾ ਬੱਚੋ, ਪਿਆਰਿਆ ਵਣਾਂ ਦੇ ਬਿਰਖ ਨੂੰ, ਠੀਕ ਹੈ ਨਾ, ਬੁੱਤ ਬਨੋਟਿਆ ਭਾਵ ਕੋਈ ਉੱਤਰ ਨਾ ਦਿੰਦਾ ਨਾਇਕ। ਪੀਲ ਕੀ ਹੁੰਦਾ, ਛਿੱਲ, ਲੋੜੀਂਦੀ ਚਾਹੀਦੀ, ਰੁੰਗ ਦਾ ਮਤਲਬ ਕੀ ਹੁੰਦਾ, ਮੱਧਮ ਆਵਾਜ਼, ਮੋਹਰਾ ਕੀ ਹੁੰਦਾ ਬੱਚੋ, ਜ਼ਹਿਰ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਲੜਕੀ ਜੋ ਆਪਣੇ ਨਾਇਕ ਨੂੰ ਕਹਿੰਦੀ ਹੈ ਅਤੇ ਦਰਦ ਭਰੀ ਆਵਾਜ਼ ਦੇ ਵਿੱਚ ਕਿ ਬੁੱਤ ਬਨੋਟਿਆ ਤੇਰੀ ਪੀਲ ਲੋੜੀਂਦੀ, ਠੀਕ ਹੈ ਨਾ, ਵੀ ਉਹ ਇਸ ਦੇ ਵਿੱਚ ਇੱਕ ਲੜਕੀ ਕਹਿੰਦੀ ਹੈ ਜੋ ਬੁੱਤ ਬਣਿਆ ਹੋਇਆ ਬਿਰਖ ਹੈ, ਵੀ ਉਹਦੀ ਛਿੱਲ ਭਾਵੇਂ ਲਮਕ ਰਹੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਲ ਵਸਦੇ ਸੱਜਣਾ ਦਾ ਪਿਆਰ ਅਤੇ ਆਸਰਾ ਬਹੁਤ ਹੁੰਦਾ ਹੈ, ਅਤੇ ਮੈਂ ਕੋਲ ਵਸਦੇ ਸੱਜਣ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ, ਅਰਥਾਤ ਉਸ ਦੀਆਂ ਬਲਾਵਾਂ ਆਪਣੇ ਸਿਰ ਲੈਂਦੀ ਹਾਂ। ਜਦੋਂ ਤੋਂ ਮੇਰੇ ਕੋਲੋਂ ਸੱਜਣਾ ਦਾ ਟਿਕਾਣਾ ਦੂਰ ਚਲਾ ਗਿਆ ਹੈ, ਮੈਂ ਉਦੋਂ ਤੋਂ ਹੀ ਨਿਰਾਸ਼ ਅਤੇ ਬੇਵੱਸ ਜਿਹੀ ਹੋ ਕੇ ਬਹਿ ਗਈ ਹਾਂ। ਮੈਂ ਆਪਣੇ ਆਪ ਨੂੰ ਦਰਿਆ ਦੇ ਪਾਣੀ ਨਾਲ ਘੁੰਮਣ ਘੇਰਿਆਂ ਵਿੱਚ ਫਸੀ ਅਨੁਭਵ ਕਰ ਰਹੀ ਹਾਂ, ਅਤੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੰਢਾ ਮੈਨੂੰ ਦੂਰ ਦਿਖਾਈ ਦਿੰਦਾ ਹੈ।
ਅਗਲੇ ਲੱਦੀ ਜਾਂਦੇ ਨੂੰ ਪਿਛਲਿਆਂ ਦੀ ਰੁੰਗ ਸੁਣੀਂਦੀ। ਠੀਕ ਹੈ ਨਾ, ਵੀ ਜਿਹੜੇ ਦੂਰ ਅੱਗੇ ਚਲੇ ਗਏ ਹਨ ਉਹਨਾਂ ਨੂੰ ਪਿਛਲਿਆਂ ਦੀ ਆਵਾਜ਼ ਬਹੁਤ ਮੱਧਮ ਸੁਣਾਈ ਦਿੰਦੀ ਹੈ। ਤਾਂ ਫਿਰ ਉਹ ਅੱਗੇ ਕੀ ਕਹਿੰਦੀ ਹੈ, ਸਈਆਂ ਦੇਵਣ ਤਾਨੇ ਤਰੱਕਲਿਆਂ ਦੀ ਚੁੰਝ ਮੱਛੀ ਵਾਂਗ ਕਲੀਂਦੀ। ਠੀਕ ਹੈ ਨਾ, ਵੀ ਸਈਆਂ ਮੈਨੂੰ ਤਾਨੇ ਦਿੰਦੀਆਂ ਨੇ, ਵੀ ਚੱਲਦੇ ਹੋਏ ਚਰਖੇ ਦੇ ਤੱਕਲੇ ਦੀ ਆਵਾਜ਼ ਮੈਨੂੰ ਮੱਛੀ ਵਾਂਗ ਲੱਗ ਰਹੀ ਹੈ, ਅਰਥਾਤ ਦੁਖੀ ਕਰ ਰਹੀ ਹੈ। ਠੀਕ ਹੈ ਨਾ, ਦੁਖਿਆਰੇ ਮਰ ਕਿਉਂ ਨਾ ਵਹਿੰਦੇ। ਠੀਕ ਹੈ, ਮੈਂ ਕਹਿੰਦੀ ਹਾਂ ਕਿ ਉਸ ਵਰਗੀ ਦੁਖੀ ਕਿਉਂ ਨਾ ਮਰ ਜਾਵੇ, ਪਰ ਕਦੀ ਕਿਸੇ ਨੂੰ ਮੰਗਣ 'ਤੇ ਮੌਤ ਨਹੀਂ ਆਉਂਦੀ। ਅੱਗੇ ਫਿਰ ਉਹ ਕਹਿੰਦੀ ਹੈ, ਪਰ ਸੱਜਣ ਦੇ ਵਿਛੋੜੇ ਦੀ ਪੀੜ ਸਹਿੰਦਿਆਂ ਜਿਉਣਾ ਵੀ ਕੋਈ ਜਿਉਣਾ ਹੈ। ਠੀਕ ਹੈ ਨਾ, ਇਸ ਜੀਵੇ ਨਾਲੋਂ ਮਰ ਜਾਵਣ ਚੰਗਾ ਹੁੰਦਾ ਏ। ਠੀਕ ਹੈ ਨਾ, ਵੀ ਇਹੋ ਜਿਹੇ ਜੀਣ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੁੰਦਾ ਹੈ। ਘੋਲ ਕੇ ਮੋਹਰਾ ਪੀਂਦੀ, ਵੀ ਮੈਂ ਘੋਲ ਕੇ ਜ਼ਹਿਰ ਪੀ ਲਵਾਂ। ਇਹਨਾਂ ਵਣਾਂ ਵਿੱਚੋਂ ਨਿਕਲਣ ਯਾਰ ਅਸਾਡੇ। ਠੀਕ ਹੈ ਨਾ, ਫਿਰ ਉਹ ਕੁੜੀ ਕਹਿੰਦੀ ਹੈ ਵੀ ਜੇਕਰ ਵਣਾਂ ਦੇ ਰੁੱਖਾਂ ਵਿੱਚੋਂ ਕਿਧਰਿਓਂ ਮੇਰੇ ਸੱਜਣ ਨਿਕਲ ਆਵੇ, ਹੈ ਨਾ, ਮੈਂ ਜਿੰਦੀਆਂ ਸਈਆਂ ਵਿੱਚ ਗਣੀਂਦੀ, ਤਾਂ ਮੈਂ ਵੀ ਆਪਣੇ ਆਪ ਨੂੰ ਜਿਉਂਦਾ ਮੰਨਾਂਗੀ ਅਤੇ ਆਪਣੀਆਂ ਸਈਆਂ ਦੇ ਵਿੱਚ ਜਿਉਂਦੇ ਹੋ ਕੇ ਰਹਾਂਗੀ। ਠੀਕ ਹੈ ਨਾ, ਵੀ ਹੁਣ ਮੈਂ ਕੀ ਹਾਂ, ਬੇਜਾਨ ਹੈ, ਵੀ ਜਦੋਂ ਤੱਕ ਮੇਰਾ ਜੋ ਪਤੀ ਹੈ, ਮੇਰਾ ਨਾਇਕ ਉਹ ਮੇਰੇ ਕੋਲ ਨਹੀਂ ਹੈ। ਠੀਕ ਹੈ, ਫਿਰ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਨੇ, ਬੁੱਤ ਬਨੋਟਿਆ ਢੋਲੇ ਵਿੱਚ ਮੁਟਿਆਰ ਦੇ ਕਿਹੋ ਜਿਹੇ ਭਾਵ ਅੰਕਿਤ ਕੀਤੇ ਗਏ ਹਨ। ਬਿਰਹੋ ਦੇ ਦਰਦ ਭਰੇ, ਪੀੜ ਦੇ ਨਾਲ ਭਰੇ ਹੋਏ ਭਾਵ। ਸੱਜਣਾ ਦੇ ਦੂਰ ਹੋਣ ਕਾਰਨ ਬਿਰਹਣ ਦੀ ਹਾਲਤ ਕਿਹੋ ਜਿਹੀ ਹੈ, ਬੇਵਸੀ ਭਰੀ। ਸੱਜਣ ਦੇ ਵਿਛੋੜੇ ਕਾਰਨ ਬਿਰਹਣ ਕੀ ਕਰਨਾ ਚਾਹੁੰਦੀ ਹੈ, ਮਰ ਜਾਣਾ। ਬਿਰਹਣ ਕਿਸ ਤਰ੍ਹਾਂ ਜਿਉਂਦਿਆਂ ਵਿੱਚ ਗਿਣੀ ਜਾਵੇਗੀ ਜਦੋਂ ਉਸਦੇ ਸੱਜਣ ਦਾ ਮਿਲਾਪ ਹੋ ਜਾਵੇਗਾ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਆ ਗਿਆ ਬੱਚੋ, ਉੱਬੇ ਦੇ ਬੱਦਲ। ਉੱਬੇ ਦੇ ਬੱਦਲ ਵਾਹ ਪੂਰੇ ਦੀ ਆਂਦੇ ਨੂੰ ਜਾ ਕੇ। ਤਾਂ ਇਸ ਦੇ ਵਿੱਚ ਕੀ ਕਿਹਾ ਗਿਆ, ਇਹਨਾਂ ਸਤਰਾਂ ਦੇ ਵਿੱਚ ਜੋ ਇੱਕ ਲੜਕੀ ਹੈ, ਠੀਕ ਹੈ, ਆਪਣੇ ਪ੍ਰੀਤਮ ਦੀ ਬੇਵਫਾਈ ਤੋਂ ਉਪਜਿਆ ਦੁੱਖ ਅੰਕਿਤ ਕਰਦੀ ਹੈ। ਇਹ ਵੀ ਇੱਕ ਤਰ੍ਹਾਂ ਨਾਲ ਦੁੱਖ ਦੇ ਵਿੱਚ ਹੀ ਗਾਇਆ ਗਿਆ ਢੋਲਾ ਹੈ। ਠੀਕ ਹੈ ਨਾ, ਉੱਬੇ ਦੇ ਬੱਦਲ ਵਾਹ ਪੂਰੇ ਦੀ ਆਂਦੇ ਨੂੰ ਚਾਹ ਕੇ, ਉਹ ਤਾਂ ਭੈੜੇ ਲੱਦੀ ਜਾਂਦੇ ਨੂੰ ਜਿਨ੍ਹਾਂ ਆਂਦੇ ਨੇ ਸਾਥ ਰਲਾ ਕੇ। ਸੱਦਿਆਂ ਸੱਦ ਨਾ ਦਿੰਦੇ ਖਲੀਆਂ ਸੱਦ ਬੁਲਾ ਕੇ। ਛੱਲੇ ਸਾਡੇ ਲਾ ਲਿਆ ਨੀ ਉਹ ਨਿੰਗਰ ਅਗਲੇ ਵਸਾਤੇ। ਮਨ ਸਾਡੇ 'ਤੇ ਨਿੱਤ ਅਣਾਈਆਂ ਫੁੱਲ ਵੀ ਗਏ ਨੇ ਸਾਵੇ ਘੁਮਾ ਕੇ। ਰਲੀਆਂ ਜੋੜੀਆਂ ਨੂੰ ਰੱਬ ਨਾ ਘੱਤੇ ਫੋਟੇ। ਉਹਨਾਂ ਦੀ ਕੂਕ ਵੀ ਸੁਣੀਂਦੀ ਏ ਵਿੱਚ ਦਰਗਾਹ ਦੇ। ਇਹਨਾਂ ਵਣਾਂ ਵਿੱਚੋਂ ਨਿਕਲ ਆਵੀਂ ਉਹ ਰੰਗੀ ਮੌਲਾ। ਝਗੜੇ ਜਾਵੀਂ ਉਹ ਕੁੱਲ ਮੁਕਾ ਕੇ। ਬੱਚਿਓ, ਇਹ ਪਾਰ ਦੇ ਇਲਾਕੇ ਦੇ ਗਾਏ ਜਾਣ ਵਾਲਾ ਜੋ ਲੋਕ ਗੀਤ ਹੈ ਢੋਲਾ ਇਹ। ਸੋ ਇਸ ਕਰਕੇ ਆਪਾਂ ਨੂੰ ਥੋੜ੍ਹੀ ਜਿਹੀ ਜੋ ਪੰਜਾਬੀ ਉਪਬੋਲੀ ਦਾ ਵਖਰੇਵਾਂ ਆਪਾਂ ਨੂੰ ਲੱਗ ਰਿਹਾ ਹੋਵੇਗਾ, ਹੈ ਨਾ। ਸੋ ਕੋਈ ਨਹੀਂ, ਜਦੋਂ ਆਪਾਂ ਵਿਆਖਿਆ ਕਰਾਂਗੇ ਨਾ ਆਪਾਂ ਨੂੰ ਸਮਝ ਆ ਜਾਵੇਗਾ, ਹੈ ਨਾ। ਉੱਬਾ ਕੀ ਹੁੰਦਾ ਬੱਚਿਓ, ਠੀਕ ਹੈ ਨਾ, ਵੀ ਸੂਰਜ ਨਿਕਲਣ ਦੀ ਦਿਸ਼ਾ ਮਤਲਬ ਪੂਰਬ, ਪੂਰਾ ਆਕਾਸ਼। ਠੀਕ ਹੈ ਨਾ, ਤਾਂ ਉਹ ਕੀ ਕਹਿੰਦੀ ਹੈ, ਉੱਬੇ ਦੇ ਬੱਦਲ ਵਾਹ ਪੂਰੇ ਦੀ। ਉੱਬੇ ਦੇ ਤਾਂ ਬੱਦਲ ਨੇ ਪੂਰਬ ਦੇ, ਵਾਹ ਕੀ ਹੁੰਦੀ ਹੈ, ਹਵਾ ਕਿੱਥੋਂ ਦੀ ਹੈ, ਠੀਕ ਹੈ ਨਾ, ਹਵਾ ਪੂਰੇ ਦੀ ਹੈ। ਪੂਰੇ ਦੀ ਹਵਾ ਆਪਾਂ ਕਹਿੰਦੇ ਵੀ ਹੱਡਾਂ 'ਚ ਵੀ ਦਰਦ ਹੁੰਦਾ ਹੈ, ਹੈ ਨਾ, ਇੱਦਾਂ ਦੀ ਹਵਾ ਹੁੰਦੀ ਆ। ਆਂਦੇ ਨੂੰ, ਠੀਕ ਹੈ, ਚਾਹ ਕੇ ਮਤਲਬ ਚੁੱਕ ਕੇ। ਠੀਕ ਹੈ, ਇਸ ਦੇ ਵਿੱਚ ਉਹ ਕਹਿੰਦੀ ਹੈ ਕਿ ਮਤਲਬ ਮੇਰੇ ਦਰਦ ਇੰਨਾ ਅੰਦਰ ਭਰਿਆ ਹੋਇਆ ਕਿ ਪੂਰੇ ਦੀ ਹਵਾ ਨੇ ਹੌਂਕਿਆਂ ਦੇ ਬੱਦਲ ਚੁੱਕ ਕੇ ਲੈ ਆਉਂਦੇ ਹਨ। ਠੀਕ ਹੈ ਨਾ, ਵੀ ਇੱਦਾਂ ਲੱਗ ਰਿਹਾ ਮੈਨੂੰ। ਜਿਨ੍ਹਾਂ ਆਂਦੇ ਨੇ ਸਾਥ ਰਲਾ ਕੇ, ਵੀ ਉਹ ਦੋਨੋਂ ਕਿੱਦਾਂ ਹੈ, ਵੀ ਉਹ ਜਿਵੇਂ ਸਾਥ ਮਿਲ ਕੇ ਆਏ ਸੀ, ਮਤਲਬ ਜਿਸ ਨੇ ਮੈਨੂੰ ਆਪਣੇ ਸਾਥ ਨਾਲ ਰਲਾ ਦਿੱਤਾ ਸੀ। ਠੀਕ ਹੈ, ਵੀ ਮੇਰਾ ਭੈੜਾ ਪ੍ਰੀਤਮ ਤਾਂ ਕਿਤੇ ਦੂਰ ਤੁਰਿਆ ਜਾਂਦਾ ਹੈ, ਪਰ ਇਹ ਜੋ ਹਵਾ ਹੈ ਮੇਰੇ ਅੰਦਰ ਕੀ ਭਰ ਰਹੀ ਹੈ, ਉਹ ਦਰਦ ਭਰ ਰਹੀ ਹੈ। ਸੱਦਿਆਂ ਸੱਤ ਨਾ ਦਿੰਦੇ, ਮਤਲਬ ਸੱਦਿਆਂ ਸੱਦ ਨਾ ਦਿੰਦੇ ਖਲੀਆਂ ਸੱਦ ਬੁਲਾ ਕੇ। ਠੀਕ ਹੈ ਨਾ, ਵੀ ਹੁਣ ਉਹ ਮੇਰੇ ਆਵਾਜ਼ਾਂ ਮਾਰਨ 'ਤੇ ਵੀ ਆਵਾਜ਼ ਨਹੀਂ ਦਿੰਦਾ, ਜਦ ਕਿ ਮੈਂ ਉਹਨੂੰ ਖੜੀ ਹੋ ਕੇ ਸੱਦ ਰਹੀ ਹਾਂ। ਠੀਕ ਹੈ, ਉਹਨੂੰ ਬਾਰ-ਬਾਰ ਕੀ ਕਰ ਰਹੀ ਹਾਂ, ਬੁਲਾ ਰਹੀ ਹਾਂ। ਫਿਰ ਛੱਲੇ ਸਾਡੇ ਲਾ ਲਿਆ ਨੀ
ਉਹ ਨੀਂਗਰ ਅਗਲੇ ਵਸਾਤੇ। ਠੀਕ ਹੈ ਨਾ। ਫਿਰ ਉਹ ਕੀ ਕਹਿੰਦੀ ਹੈ ਵੀ ਉਸ ਗੱਭਰੂ ਨੇ ਧੋਖੇ ਨਾਲ ਮੇਰੇ ਹੱਥ ਵਿੱਚੋਂ ਪਿਆਰ ਦੇ ਛੱਲੇ ਨੇ ਜਿਹੜੀ ਨਿਸ਼ਾਨੀ ਸੀ ਉਹ ਲਾ ਲਈ। ਠੀਕ ਹੈ, ਪਰ ਉਸਨੇ ਵਫਾ ਨਹੀਂ ਕੀਤੀ, ਉਸਨੇ ਮੇਰੇ ਮਨ ਲਈ ਕੋਈ ਵਫਾ ਨਹੀਂ ਕੀਤੀ। ਠੀਕ ਹੈ, ਮਨ ਸਾਡੇ 'ਤੇ ਨਿੱਤ ਅਣਾਈਆਂ। ਫਿਰ ਉਹ ਕਹਿੰਦੀ ਅਣਾਈਆਂ ਮਤਲਬ ਆਈਆਂ ਵੀ ਸਾਡੇ ਮਨ 'ਤੇ ਰੋਜ਼ ਚਿੰਤਾ ਪਰੇਸ਼ਾਨੀ ਛਾਈ ਰਹਿੰਦੀ ਹੈ। ਫੁੱਲ ਵੀ ਗਏ ਨੇ ਸਾਵੇ ਕੁਮਾ ਕੇ। ਠੀਕ ਹੈ ਨਾ, ਕੁਮਾ ਕੇ ਮਤਲਬ ਕੁਮਲਾ ਗਏ, ਜਿੰਨੇ ਵੀ ਫੁੱਲ ਸੀ ਉਹ ਵੀ ਕੀ ਹੋ ਗਏ, ਕੁਮਲਾ ਗਏ ਨੇ। ਫਿਰ ਉਹ ਕੀ ਕਹਿੰਦੀ ਆ, ਰਲੀਆਂ ਜੋੜੀਆਂ ਨੂੰ ਰੱਬ ਨਾ ਘੱਤੇ ਹੋਟੇ, ਵੀ ਜੋ ਵੀ ਜੋੜੀਆਂ ਹਨ। ਠੀਕ ਹੈ, ਰੱਬ ਨੇ ਪ੍ਰੇਮੀਆਂ ਦੀਆਂ ਰਲੀਆਂ ਜੋੜੀਆਂ ਵਿੱਚ ਵਿਛੋੜੇ ਪਾ ਕੇ ਬਹੁਤ ਬੇਨਿਆਈ ਕੀਤੀ ਹੈ। ਠੀਕ ਹੈ ਨਾ, ਵੀ ਚੰਗਾ ਨਹੀਂ ਕੀਤਾ। ਉਹਨਾਂ ਦੀ ਕੂਕ ਵੀ ਸੁਣੇਂਦੀ ਹੈ ਵਿੱਚ ਦਰਗਾਹ ਦੇ। ਇਸ ਸਥਿਤੀ ਵਿੱਚ ਜੋ ਲੋਕ ਵਿਛੜ ਜਾਂਦੇ ਨੇ ਉਹਨਾਂ ਦੀ ਕੂਕ ਪੁਕਾਰ ਰੱਬ ਦੀ ਦਰਗਾਹ ਤੱਕ ਪਹੁੰਚਦੀ ਹੈ। ਇਹਨਾਂ ਵਣਾਂ ਵਿੱਚੋਂ ਨਿਕਲ ਆਵੀਂ ਉਹ ਰੰਗੀ ਮੌਲਾ, ਝਗੜੇ ਜਾਵੀਂ ਉਹ ਕੁੱਲ ਮੁਕਾ ਕੇ। ਠੀਕ ਹੈ ਨਾ, ਵੀ ਹੇ ਮੇਰੇ ਪਰਮਾਤਮਾ, ਹੇ ਮੌਲਾ, ਤੂੰ ਇਹਨਾਂ ਵਣਾਂ ਦੇ ਵਿੱਚੋਂ ਨਿਕਲ ਕੇ ਆ, ਮੇਰੇ ਵੀ ਜੋ ਦੁੱਖ ਨੇ ਉਹ ਸਾਰਿਆਂ ਨੂੰ ਕੀ ਕਰ, ਮੇਰਿਆਂ ਨੂੰ ਸ਼ਾਂਤ ਕਰ। ਠੀਕ ਹੈ ਨਾ, ਵੀ ਮੇਰੇ ਦੁੱਖਾਂ ਨੂੰ ਤੂੰ ਸੁਣ। ਸੋ ਇਸ ਦੇ ਵਿੱਚ ਬੱਚੋ ਕੁੱਲ ਜੋ ਪ੍ਰਸ਼ਨ ਉੱਤਰ ਨੇ ਕੁਝ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਉੱਭੇ ਦੇ ਬੱਦਲ ਢੋਲੇ ਵਿੱਚ ਕਿਹੋ ਜਿਹੇ ਭਾਵ ਅੰਕਿਤ ਕੀਤੇ ਹਨ, ਬਿਰਹਾ ਦੇ। ਉੱਭੇ ਦੇ ਬੱਦਲ ਢੋਲੇ ਵਿਚਲਾ ਪ੍ਰੇਮੀ ਕਿਹੋ ਜਿਹਾ ਹੈ, ਬੇਵਫਾ। ਉੱਭੇ ਦੇ ਬੱਦਲ ਢੋਲੇ ਵਿੱਚ ਪ੍ਰੇਮਿਕਾ ਕੀ ਚਾਹੁੰਦੀ ਹੈ, ਆਪਣੇ ਜੋ ਦੁੱਖ ਨੂੰ ਦੂਰ ਕਰਨਾ ਚਾਹੁੰਦੀ ਹੈ। ਠੀਕ ਹੈ ਨਾ, ਰੱਬ ਅੱਗੇ ਫਰਿਆਦ ਕਰਦੀ ਹੈ। ਅੱਗੇ ਬੱਚੋ ਮੀਆਂ ਰਾਂਝਾ। ਮੁੱਦ ਫਿਕਰ ਹੋ ਕੇ ਟੁਰਿਆ ਸੂ ਮੀਆਂ ਰਾਂਝਾ, ਕੰਦੀ ਲਈ ਸੂ ਮੱਲ ਚਨਾ ਦੀ। ਭਾਈ ਰਾਂਝਣ ਦੇ ਬਾਹਾਂ ਬੰਨ ਅਰਜ਼ ਕਰੇਂਦ ਨੂੰ, ਪੀੜ ਵੀ ਉੱਠੀ ਨੇ ਹਾਂ ਦੀ। ਸੱਤ ਭਰਜਾਈਆਂ ਤਾਬੇਦਾਰ ਉਹ ਭਾਈ ਰਾਂਝਣ, ਮਨ ਅਰਜ਼ੋਈ ਕਾਈ ਤਾਂ ਕਰੇਹਾਂ ਗੱਲ ਨਿਆਂ ਦੀ। ਫਿੱਟੀ ਕੀਤੀ ਵੈਨਾਏ ਮਿਲਕ ਪਿਓ ਤੇ ਦਾਦੇ ਦੀ, ਅਸੀਂ ਦਰੋਹੀ ਪਏ ਦੇਨੇ ਆ ਅੱਲਾ ਦੇ ਨਾਂ ਦੀ। ਰਾਂਝਾ ਪਿਆ ਹੋਂਦਾ ਉਹ ਭਰਾਵੋ, ਮੇਰਾ ਰੂਹ ਹੀਰ ਕਾਣ ਮੂਝ ਗਿਆ ਹੈ। ਭੈੜਾ ਦਿਲ ਰਿਹਾੜ ਕਰੇਂਦਾ ਹੈ, ਮੈਂ ਸਿਆਲਾਂ ਨੂੰ ਵੰਝਣਾ, ਪਰਵਾਹ ਨਾ ਕਾਈ ਧੁੱਪ ਤੇ ਛਾਂ ਦੀ। ਮੁੱਦ ਕੀ ਆ ਬੱਚੋ, ਫਿਕਰ, ਫਿਕਰਮੰਦ। ਫਿੱਟੀ ਛੱਡੀ, ਵੈਨਾਏ ਜਾ ਰਿਹਾ, ਮਿਲਕ ਜਾਇਦਾਦ, ਦਰੋਹੀ ਮਤਲਬ ਦੁਹਾਈ, ਅੱਲਾ ਮਤਲਬ ਰੱਬ, ਵੰਝਣਾ ਜਾਣਾ, ਕਾਣ ਵਿੱਚ ਮੂਝ ਲੱਗ ਗਿਆ, ਰਿਹਾੜ ਜ਼ਿੱਦ ਕਰਨਾ। ਠੀਕ ਹੈ ਨਾ, ਇਸ ਦੇ ਵਿੱਚ ਕੀ ਕਿਹਾ ਗਿਆ ਬੱਚੋ, ਵੀ ਭਰਾਵਾਂ ਤੇ ਭਰਜਾਈਆਂ ਦੇ ਸਲੂਕ ਤੋਂ ਤੰਗ ਆ ਕੇ ਤੇ ਹੀਰ ਦੇ ਪਿਆਰ ਦਾ ਖਿੱਚਿਆ ਰਾਂਝਾ ਫਿਕਰਮੰਦ ਹੋ ਕੇ ਘਰੋਂ ਚਲਿਆ ਜਾਂਦਾ ਹੈ ਤੇ ਝਨਾ ਦੇ ਕੰਢੇ ਕੰਢੇ ਤੇ ਚੱਲ ਪਿਆ ਹੈ। ਠੀਕ ਹੈ ਨਾ, ਤਾਂ ਪਿੱਛੋਂ ਰਾਂਝੇ ਦੇ ਭਰਾ ਉਸ ਨੂੰ ਮੋੜਨ ਲਈ ਆਏ। ਉਹ ਹੱਥ ਬੰਨ੍ਹ ਕੇ ਉਹਨਾਂ ਨੇ ਬੇਨਤੀਆਂ ਕੀਤੀਆਂ। ਉਹਨਾਂ ਦੇ ਮਨਾਂ ਵਿੱਚ ਭਰਾ ਦੇ ਵਿਛੋੜੇ ਕਾਰਨ ਕਲੇਜਾ ਸਾੜਵੀਂ ਪੀੜ ਉੱਠ ਪਈ ਸੀ, ਮਤਲਬ ਬਹੁਤ ਪੀੜ ਉੱਠ ਪਈ ਸੀ। ਉਹਨਾਂ ਕਿਹਾ ਕਿ ਭਰਾ ਰਾਂਝਿਆ, ਸੱਤੇ ਭਰਜਾਈਆਂ ਤੇਰੀਆਂ ਦਾਸੀਆਂ ਹਨ, ਤੂੰ ਪਿਓ ਦਾਦੇ ਦੀ ਜ਼ਮੀਨ ਛੱਡ ਕੇ ਜਾ ਰਿਹਾ ਹੈ, ਇਹ ਠੀਕ ਨਹੀਂ। ਅਸੀਂ ਰੱਬ ਦੇ ਨਾਂ ਦੀ ਦੁਹਾਈ ਦੇ ਕੇ ਕਹਿੰਦੇ ਹਾਂ ਕਿ ਤੂੰ ਵਾਪਸ ਘਰ ਮੁੜ ਪੈ। ਰਾਂਝਾ ਘਰ ਮੁੜਨ ਨੂੰ ਤਿਆਰ ਨਹੀਂ। ਉਹ ਆਪਣੇ ਭਰਾਵਾਂ ਨੂੰ ਕਹਿਣ ਲੱਗਾ ਕਿ ਮੇਰਾ ਦਿਲ ਹੀਰ ਵਿੱਚ ਲੱਗ ਗਿਆ ਹੈ, ਇਹ ਭੈੜਾ ਦਿਲ ਅੜੀ ਕਰ ਰਿਹਾ ਹੈ, ਜਿਸ ਕਰਕੇ ਮੈਂ ਹੀਰ ਦੇ ਪਿੰਡ ਸਿਆਲਾਂ ਨੂੰ ਜਾਣਾ ਹੀ ਹੈ ਤੇ ਇਸ ਲਈ ਮੈਨੂੰ ਰਾਹ ਵਿੱਚ ਆਉਣ ਵਾਲੇ ਕਿਸੇ ਮੁਸੀਬਤ ਦੀ ਜੋ ਪਰਵਾਹ ਨਹੀਂ ਹੈ। ਸੋ ਇੱਕ ਤਰ੍ਹਾਂ ਨਾਲ ਕਹਾਣੀ ਹੈ ਬੱਚਿਓ ਰਾਂਝੇ ਦੀ ਇਸ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਪ੍ਰਸ਼ਨ ਉੱਤਰ ਨੇ ਕਿ ਮੀਆਂ ਰਾਂਝਾ ਢੋਲੇ ਵਿੱਚ, ਰਾਂਝਾ ਕਿਹੜੇ ਦਰਿਆ ਦੇ ਕੰਢੇ ਕੰਢੇ ਚੱਲ ਪਿਆ ਸੀ, ਚਨਾ ਦੇ। ਰਾਂਝੇ ਨੂੰ ਮੋੜਨ ਕੌਣ ਆਇਆ, ਉਸ ਦੇ ਭਰਾ। ਰਾਂਝੇ ਦੇ ਕਿੰਨੀਆਂ ਭਰਜਾਈਆਂ ਸਨ, 7। ਰਾਂਝੇ ਦਾ ਦਿਲ ਕਿਸ ਵੱਲ ਲੱਗ ਗਿਆ ਸੀ, ਹੀਰ ਦੇ ਵੱਲ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਅੱਗੇ ਆ ਗਿਆ ਬੱਚੋ ਕੈਲੀਆਂ ਤੇ ਕਾਲੀਆਂ ਮੱਝਾਂ। ਕੈਲੀਆਂ ਤੇ ਕਾਲੀਆਂ ਮੱਝਾਂ ਅੱਲਾ ਅਰਸ਼ਾਂ ਤੋਂ ਆਉਂਦੀਆਂ, ਦਰਿਆ ਪੇ ਸੋਹਣੇ ਲੱਗਦੇ ਨੇ, ਜਿਸ ਵੇਲੇ ਚਰ ਚਰ ਕੇ ਬੇਲੇ 'ਚੋਂ
ਪੱਤਣਾ ਤੇ ਲਹਾਉਂਦੀਆਂ, ਮਾਰਨ ਟੁੱਬੀਆਂ ਲੈਣ ਤਾਰੀਆਂ। ਜਿਵੇਂ ਝਾਬਾਂ ਨਾਲ ਪੱਕੇ ਨੇ ਖਾਂਦੀਆਂ, ਛੇੜੂਆਂ ਗੋਡੇ ਮਾਰ ਉਠਾਲੀਆਂ। ਸਾਵਣ ਮਾਹ ਖਾੜੀ ਜਾਣ ਉਗਲਾਂਦੀਆਂ, ਸਵਾਣੀਆਂ ਨੂੰ ਟੁੱਕਰ ਨਾ ਰੁਚਦਾ। ਜਿਸ ਵੇਲੇ ਵੇਖਣ ਭੁੱਖੀਆਂ ਤੇ ਮਾਂਦੀਆਂ, ਖੜੀਆਂ ਤੇ ਮੋਈਆਂ ਦੀਆਂ ਸੱਟਾਂ ਉਹ ਝੱਲਦੇ ਨੇ। ਜਿਨ੍ਹਾਂ ਦੀਆਂ ਪਸਲੀਆਂ ਸਾਰਦੀਆਂ, ਮੱਝੀ ਮਾਲ ਵਰਿਆਮਾਂ ਦਾ, ਮਾੜਿਆਂ ਕੋਲ ਨਾ ਰਹਿੰਦੀਆਂ। ਮੱਝੀਆਂ ਉਡਾਰ ਪਰੀਆਂ ਦਾ, ਨਾਲ ਨਸੀਬੇ ਦੇ ਆਂਦੀਆਂ, ਨਾਲ ਨਸੀਬੇ ਦੇ ਆਂਦੀਆਂ। ਕੈਲੀਆਂ ਦਾ ਮਤਲਬ ਕੀ ਹੁੰਦਾ ਬੱਚੇ? ਭੂਰੀਆਂ। ਛੇੜੂਆਂ ਦਾ ਮਤਲਬ ਕੀ ਹੁੰਦਾ? ਮੱਝਾਂ ਚਾਰਨ ਵਾਲੇ। ਵਰਿਆਮ ਬਹਾਦਰ, ਨਸੀਬੇ ਮਤਲਬ ਕਿਸਮਤ। ਹੁਣ ਇਸ ਦੇ ਵਿੱਚ ਮੱਝਾਂ ਦੀ ਉਸਤਤ ਕੀਤੀ ਹੋਈ ਹੈ ਬੱਚਿਓ, ਹੈ ਨਾ, ਕਿਉਂਕਿ ਜਿੱਦਾਂ ਆਪਾਂ ਬਲਦਾਂ ਦੀ ਗੱਲ ਕਰਦੇ ਹਾਂ ਵੀ ਉਹ ਖੇਤੀ ਦੇ ਵਿੱਚ ਸਹਿਯੋਗ ਦਿੰਦੇ ਸਨ, ਬਹੁਤ ਬੁੱਕਤ ਹੁੰਦੀ ਸੀ ਉਹਨਾਂ ਦੀ, ਹੈ ਨਾ, ਪਰ ਹੁਣ ਸਮਾਂ ਬਦਲ ਗਿਆ ਹੈ। ਪਰ ਮੱਝਾਂ ਦੀ ਅੱਜ ਵੀ ਓਨੀ ਬੁੱਕਤ ਹੈ, ਕਿਉਂਕਿ ਮੱਝਾਂ ਆਪਾਂ ਨੂੰ ਪਾਲਦੀਆਂ ਨੇ ਬੱਚਿਓ, ਠੀਕ ਹੈ। ਕੀ ਕਿਹਾ ਗਿਆ ਵੀ ਭੂਰੀਆਂ। ਕੈਲੀਆਂ ਦਾ ਮਤਲਬ ਕੀ ਹੁੰਦਾ ਬੱਚੇ? ਭੂਰੀਆਂ। ਕਾਲੀਆਂ ਤਾਂ ਆਪਾਂ ਨੂੰ ਪਤਾ ਹੈ ਵੀ ਕਾਲੇ ਰੰਗ ਦੀਆਂ। ਮੱਝਾਂ ਰੱਬ ਨੇ ਅਸਮਾਨ ਤੋਂ ਲਿਆਂਦੀਆਂ ਹਨ, ਅੱਲਾ ਅਰਸ਼ਾਂ ਤੋਂ ਆਉਂਦੀਆਂ, ਠੀਕ ਹੈ ਨਾ। ਅਤੇ ਦਰਿਆ ਪਏ ਸੋਹਣੇ ਲੱਗਦੇ ਨੇ, ਜਿਸ ਵੇਲੇ ਚਰ ਚਰ ਕੇ ਬੇਲੇ 'ਚੋਂ। ਬੇਲੇ ਮਤਲਬ ਜਿੱਥੇ ਇਹ ਰਹਿੰਦੀਆਂ ਨੇ। ਜਦੋਂ ਇਹ ਬੇਲੇ ਵਿੱਚੋਂ ਘਾਹ ਚੁੱਕ ਕੇ ਪੱਤਣਾ ਉੱਤੇ ਆ ਕੇ ਪਾਣੀ ਵਿੱਚ ਵੜਦੀਆਂ ਹਨ, ਠੀਕ ਹੈ ਨਾ। ਪੱਤਣਾ 'ਤੇ ਲਾਉਂਦੀਆਂ, ਮਾਰਨ ਟੁੱਬੀਆਂ ਲੈਣ ਤਾਰੀਆਂ, ਠੀਕ ਹੈ ਨਾ। ਸੋਹਣੇ ਲੱਗਦਾ ਸਾਰਾ ਕੁਝ ਜਿੱਥੇ ਜਾਂਦੀਆਂ ਨੇ, ਮਤਲਬ ਦਰਿਆ ਵੀ ਸੋਹਣੇ ਲੱਗਦੇ ਨੇ। ਉਹ ਇਸ ਤਰ੍ਹਾਂ ਟੁੱਬੀਆਂ ਮਾਰਦੀਆਂ ਹਨ ਅਤੇ ਤਾਰੀਆਂ ਲਾਉਂਦੀਆਂ ਹਨ, ਜਿਸ ਤਰ੍ਹਾਂ ਝੱਬਾਂ ਪੱਕੇ ਨਾਲ ਖਾਂਦੀਆਂ ਹੋਣ, ਠੀਕ ਹੈ ਨਾ। ਜਿਵੇਂ ਝਾਬਾਂ ਨਾਲ ਪੱਕੇ ਖਾਂਦੀਆਂ, ਠੀਕ ਹੈ। ਤਾਂ ਉਸ ਤੋਂ ਬਾਅਦ ਛੇੜੂਆਂ ਗੋਡੇ ਮਾਰ ਉਠਾਲੀਆਂ, ਮਤਲਬ ਜਿਹੜੇ ਉੱਥੇ ਇਹਨਾਂ ਨੂੰ ਪਾਲਦੇ ਨੇ। ਛੇੜੂ ਇਹਦਾ ਮਤਲਬ ਕੀ ਹੁੰਦਾ? ਜਿਹੜੇ ਚਾਰਦੇ ਨੇ ਇਹਨਾਂ ਨੂੰ, ਠੀਕ ਹੈ। ਗੋਡੇ ਮਾਰ ਕੇ ਉਠਾਲਦੇ ਹਨ ਅਤੇ ਇਹ ਘਾਹ ਖਾ ਕੇ ਉਗਾਲੀ ਕਰਦੀਆਂ ਜਾਂਦੀਆਂ ਹਨ, ਠੀਕ ਹੈ। ਸਾਵਣ ਮਾਹ ਖਾੜੀ ਜਾਣ ਉਗ ਲਾਂਦੀਆਂ, ਠੀਕ ਹੈ। ਫਿਰ ਉਸ ਤੋਂ ਬਾਅਦ ਸਵਾਣੀਆਂ ਨੂੰ ਟੁੱਕਰ ਨਾ ਰੁਚਦਾ। ਸਵਾਣੀਆਂ ਮਤਲਬ ਕੀ ਹੁੰਦਾ? ਇਸਤਰੀਆਂ, ਹੈ ਨਾ। ਅਤੇ ਇਹ ਕਹਿੰਦੇ ਨੇ ਫਿਰ ਘਰ ਦੀਆਂ ਔਰਤਾਂ ਨੂੰ ਉਸ ਵੇਲੇ ਰੋਟੀ ਸਵਾਦ ਨਹੀਂ ਲੱਗਦੀ ਜਦੋਂ ਮੱਝਾਂ ਨੂੰ ਭੁੱਖੀਆਂ ਅਤੇ ਕਮਜ਼ੋਰ ਹੋਈਆਂ ਦੇਖਦੀਆਂ ਹਨ। ਜਿਸ ਵੇਲੇ ਵੇਖਣ ਭੁੱਖੀਆਂ ਅਤੇ ਮਾਂਦੀਆਂ, ਠੀਕ ਹੈ। ਮਾਂਦੀਆਂ ਦਾ ਮਤਲਬ ਕੀ ਹੁੰਦਾ ਬੱਚਿਓ? ਕਮਜ਼ੋਰ। ਖੜੀਆਂ ਅਤੇ ਮੋਈਆਂ ਦੀਆਂ ਸੱਟਾਂ ਉਹ ਝੱਲਦੇ ਨੇ, ਠੀਕ ਹੈ। ਫਿਰ ਕੀ ਹੈ ਵੀ ਚੋਰੀ ਹੋਈਆਂ ਅਤੇ ਮਰੀਆਂ ਮੱਝਾਂ ਦੀਆਂ ਸੱਟਾਂ ਉਹ ਹੀ ਝੱਲ ਸਕਦੇ ਨੇ ਜਿਨ੍ਹਾਂ ਦੀਆਂ ਪਸਲੀਆਂ ਲੋਹੇ ਦੀਆਂ ਬਣੀਆਂ ਹੋਣ। ਜਿਨ੍ਹਾਂ ਦੀਆਂ ਪਸਲੀਆਂ ਸਾਰਦੀਆਂ, ਮੱਝੀ ਮਾਲ ਵਰਿਆਮ ਦਾ, ਮਤਲਬ ਮੱਝੀਆਂ ਕਿਹਦਾ ਮਾਲ ਨੇ? ਉਹ ਵਰਿਆਮ ਬਹਾਦਰਾਂ ਦਾ। ਮਾੜਿਆਂ ਕੋਲ ਨਾ ਰਹਿੰਦੀ ਹੈ, ਵੀ ਇਹ ਮਾੜੇ ਬੰਦਿਆਂ ਕੋਲ ਨਹੀਂ ਰਹਿ ਸਕਦੀਆਂ। ਮੱਝੀਆਂ ਉਡਾਰ ਪਰੀਆਂ ਦਾ, ਨਾਲ ਨਸੀਬੇ ਦੇ ਆਂਦੀਆਂ, ਠੀਕ ਹੈ ਨਾ। ਵੀ ਇਹ ਪਰੀਆਂ ਵਾਂਗ ਉਡਾਰੀ ਮਾਰ ਕੇ ਹੱਥੋਂ ਨਿਕਲ ਜਾਣ ਤਾਂ ਇਹ ਵਾਪਸ ਨਹੀਂ ਮਿਲਦੀਆਂ, ਠੀਕ ਹੈ ਨਾ। ਤਾਂ ਇਸ ਕਰਕੇ ਇਹ ਮੱਝਾਂ ਪਰੀਆਂ ਦੇ ਵਾਂਗ ਨੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਮੱਝਾਂ ਦੀ ਉਸਤਤ ਕੀਤੀ ਹੈ ਬੱਚਿਆਂ 'ਚ, ਬਹੁਤ ਸੁੰਦਰ। ਕੈਲੀਆਂ ਅਤੇ ਕਾਲੀਆਂ ਮੱਝਾਂ ਢੋਲੇ ਵਿੱਚ ਕਿਸ ਦਾ ਪ੍ਰਸੰਗ ਆਇਆ ਹੈ? ਮੱਝਾਂ ਦਾ। ਕੈਲੀਆਂ ਅਤੇ ਕਾਲੀਆਂ ਮੱਝਾਂ ਢੋਲੇ ਵਿੱਚ ਦੇਸੀ ਮਹੀਨੇ ਦਾ ਕਿਹੜਾ ਮਹੀਨਾ ਹੈ ਜਿਹਦਾ ਨਾਂ ਆਇਆ? ਸਾਵਣ ਦਾ। ਮੱਝਾਂ ਨੂੰ ਕੌਣ ਰੱਖ ਸਕਦੇ ਹਨ? ਵਰਿਆਮ ਬਹਾਦਰ। ਮੱਝਾਂ ਕਿਹਨਾਂ ਕੋਲ ਨਹੀਂ ਰਹਿੰਦੀਆਂ? ਮਾੜੇ ਬੰਦਿਆਂ ਕੋਲ, ਠੀਕ ਹੈ, ਮਾੜਿਆਂ ਕੋਲ। ਫਿਰ ਇਸ ਦੇ ਨਾਲ ਆਪਾਂ ਸੰਬੰਧਿਤ ਵਿਸਥਾਰਪੂਰਵਕ ਪ੍ਰਸ਼ਨ ਕਰਦੇ ਹਾਂ ਬੱਚਿਓ। ਕੰਨਾਂ ਨੂੰ ਸੋਹਣੇ ਬੁੰਦੇ ਢੋਲੇ ਵਿੱਚ ਨਾਇਕਾ ਦਾ ਚਿਤਰਣ ਕਿਵੇਂ ਕੀਤਾ ਗਿਆ ਹੈ? ਇਸ ਢੋਲੇ ਵਿੱਚ ਨਾਇਕਾ ਦਾ ਚਿਤਰਣ ਕਰਦਿਆਂ ਦੱਸਿਆ ਗਿਆ ਹੈ ਕਿ ਉਹ ਬਹੁਤ ਹੁਸੀਨ ਹੈ। ਉਸ ਦਾ ਰੰਗ ਗੋਰਾ ਹੈ, ਉਸ ਦੇ ਕੰਨਾਂ ਵਿੱਚ ਸੋਹਣੇ ਬੁੰਦੇ ਪਾਏ ਹੋਏ ਹਨ, ਉਸ ਦੇ ਵਾਲ ਬਹੁਤ ਭਾਰੇ ਹਨ, ਉਸ ਦੇ ਪੈਰਾਂ ਵਿੱਚ ਕਢਾਈ ਵਾਲੀ ਜੁੱਤੀ ਪਾਈ ਹੋਈ ਹੈ। ਉਹ ਮਰੋੜ ਕੇ ਪੈਰ ਰੱਖਦੀ ਹੋਈ ਤੁਰਦੀ ਹੈ। ਉਸ ਨੇ ਆਪਣੇ ਪ੍ਰੇਮੀ ਨੂੰ ਆਪਣੇ ਹੁਸਨ ਪਿਆਰ ਨਾਲ ਕਮਲਾ ਤੇ ਨਸ਼ਈ ਬਣਾ ਦਿੱਤਾ ਹੈ। ਕੰਨਾਂ ਨੂੰ ਸੋਹਣੇ ਬੁੰਦੇ ਢੋਲੇ ਵਿੱਚ, ਇਸ ਤੁਕ ਦਾ ਕੀ ਭਾਵ ਹੈ? ਕਦੀ ਨਿਉ ਨਾ ਲੱਗਦੇ ਜ਼ੋਰ ਦੇ। ਇਸ ਤੁਕ ਦਾ ਭਾਵ ਹੈ ਕਿ ਮੁੰਡੇ ਕੁੜੀ ਦੇ ਜੋ ਰਿਸ਼ਤੇ ਹਨ, ਮਤਲਬ ਜਾਂ ਕੋਈ ਵੀ ਰਿਸ਼ਤਾ ਹੈ ਬੱਚਿਓ, ਉਹ ਜ਼ੋਰ ਜ਼ਬਰਦਸਤੀ ਦਾ ਨਹੀਂ ਹੁੰਦਾ ਹੈ, ਸਗੋਂ ਉਹ ਮਨ ਦੀ ਖਿੱਚ ਹੁੰਦੀ ਹੈ। ਬੁੱਤ ਬਨੋਟਿਆ ਢੋਲੇ ਵਿੱਚ ਨਾਇਕਾ ਦਾ ਬਿਰਹਾ ਵਰਣਨ ਕਿਵੇਂ ਕੀਤਾ ਗਿਆ ਹੈ? ਇਸ ਢੋਲੇ ਵਿੱਚ ਨਾਇਕਾ ਦੇ ਬਿਰਹੇ ਨੂੰ ਕੁਦਰਤ ਨਾਲ ਜੋੜ ਕੇ ਬਿਆਨ ਕੀਤਾ ਗਿਆ ਹੈ।
ਨਾਇਕਾ ਆਪਣੇ ਨਾਇਕ ਦੇ ਨਾਲ ਹੀ ਰਹਿਣਾ ਪਸੰਦ ਕਰਦੀ ਹੈ। ਉਸ ਦੇ ਵਿਛੋੜੇ ਪਿੱਛੋਂ ਉਹ ਨਿਰਾਸ਼ ਅਤੇ ਬੇਵੱਸ ਹੋ ਕੇ ਰਹਿ ਗਈ ਹੈ। ਉਹ ਆਪਣੇ ਆਪ ਨੂੰ ਅਜਿਹੀ ਘੁੰਮਣ ਘੇਰੀ ਵਿੱਚ ਅਨੁਭਵ ਕਰਦੀ ਹੈ ਜਿੱਥੋਂ ਉਸ ਨੂੰ ਨਿਕਲਣਾ ਬਹੁਤ ਅਸੰਭਵ ਜਾਪਦਾ ਹੈ। ਉਸ ਨੂੰ ਚਰਖੇ ਦੇ ਤੱਕਲੇ ਦੀ ਆਵਾਜ਼ ਵੀ ਬਹੁਤ ਬੁਰੀ ਲੱਗਦੀ ਹੈ ਜਿਸ ਵਿੱਚ ਉਹ ਪਿੰਜਦੀ ਗਈ ਜਾਪਦੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਮੌਤ ਆ ਜਾਵੇ। ਉਸ ਨੂੰ ਦੁੱਖ ਹੈ ਕਿ ਉਸ ਨੂੰ ਮੂੰਹ ਮੰਗੀ ਮੌਤ ਵੀ ਨਹੀਂ ਮਿਲਦੀ। ਉਸ ਨੂੰ ਇਸ ਜਿਉਣ ਨਾਲੋਂ ਮੋਹਰਾ ਪੀ ਕੇ ਮਤਲਬ ਜ਼ਹਿਰ ਪੀ ਕੇ ਮਰਨਾ ਚੰਗਾ ਲੱਗਦਾ ਹੈ। ਉਹ ਚਾਹੁੰਦੀ ਹੈ ਕਿ ਵਣਾਂ ਦੇ ਰੁੱਖਾਂ ਵਿੱਚੋਂ ਉਸ ਦਾ ਸੱਜਣ ਨਿਕਲ ਆਵੇ ਤਾਂ ਜੋ ਉਹ ਵੀ ਜਿਉਂਦੀਆਂ ਸਹੇਲੀਆਂ ਦੇ ਵਿੱਚ ਸ਼ਾਮਿਲ ਹੋ ਜਾਵੇ, ਮਤਲਬ ਜਿਉਂਦੀ ਹੋ ਜਾਵੇ। ਬੁੱਤ ਬਨੋਟਿਆ ਢੋਲੇ ਵਿੱਚ ਇਸ ਤੁਕ ਦਾ ਕੀ ਭਾਵ ਹੈ? ਦੁਖਿਆਰੇ ਮਰ ਕਿਉਂ ਨਾ ਵਹਿੰਦੇ। ਇਸ ਤੁਕ ਦਾ ਭਾਵ ਹੈ ਕਿ ਦੁਖੀ ਬੰਦਾ ਜਿਉਂ ਕੇ ਵੀ ਨਹੀਂ ਜਿਉਂਦਾ, ਠੀਕ ਹੈ ਨਾ। ਉਸ ਨਾਲੋਂ ਤਾਂ ਉਹ ਮਰਨਾ ਪਸੰਦ ਕਰਦਾ ਹੈ ਪਰ ਉਸ ਨੂੰ ਮੌਤ ਵੀ ਨਹੀਂ ਆਉਂਦੀ। ਬੁੱਤ ਬਨੋਟਿਆ ਢੋਲੇ ਵਿੱਚ ਇਸ ਤੁਕ ਦਾ ਕੀ ਭਾਵ ਹੈ? ਕੋਲ ਵਸਿੰਦਿਆਂ ਦੀਆਂ ਓਟਾਂ ਚੰਗੀਆਂ। ਇਸ ਤੁਕ ਦਾ ਇਹ ਭਾਵ ਹੈ ਕਿ ਪ੍ਰੀਤ ਨਾਇਕਾ ਚਾਹੁੰਦੀ ਹੈ ਕਿ ਉਸ ਦਾ ਸੱਜਣ ਉਸ ਦੇ ਕੋਲ ਹੀ ਰਹੇ ਕਿਉਂਕਿ ਉਸ ਦੇ ਕੋਲ ਰਹਿਣ ਦਾ ਉਸ ਨੂੰ ਬਹੁਤ ਆਸਰਾ ਹੈ। ਉੱਭੇ ਤੇ ਬੱਦਲ ਢੋਲੇ ਵਿੱਚ ਨਾਇਕਾ ਦੀ ਬੇਵਸੀ ਦਾ ਵਰਣਨ ਕਿਵੇਂ ਕੀਤਾ ਗਿਆ ਹੈ? ਇਸ ਢੋਲੇ ਵਿੱਚ ਨਾਇਕਾ ਦੀ ਬੇਵਸੀ ਨੂੰ ਪ੍ਰਗਟ ਕਰਨ ਲਈ ਦੱਸਿਆ ਗਿਆ ਹੈ ਉਸ ਦਾ ਜੋ ਨਾਇਕ ਹੈ ਉਹ ਬੇਵਫਾ ਨਿਕਲਿਆ, ਜਿਸ ਨੇ ਧੋਖੇ ਨਾਲ ਉਸ ਦੀ ਜੋ ਨਿਸ਼ਾਨੀ ਆ ਉਹ ਵੀ ਮਤਲਬ ਜੋ ਛੱਲਾ ਸੀ ਹੱਥੋਂ ਲਾ ਲਿਆ। ਫਿਰ ਉਹ ਚਲਾ ਗਿਆ ਸੀ ਉਸ ਨੂੰ ਛੱਡ ਕੇ ਅਤੇ ਕਦੀ ਉਹ ਵਾਪਸ ਨਹੀਂ ਆਇਆ। ਉਹ ਬਹੁਤ ਆਵਾਜ਼ਾਂ ਮਾਰਦੀ ਸੀ ਪਰ ਉਹ ਵਾਪਸ ਨਾ ਆਇਆ। ਉੱਭੇ ਤੇ ਬੱਦਲ ਢੋਲੇ ਵਿੱਚ ਨਾਇਕਾ ਕੀ ਕਾਮਨਾ ਕਰਦੀ ਹੈ? ਇਸ ਢੋਲੇ ਵਿੱਚ ਨਾਇਕਾ ਕਾਮਨਾ ਕਰਦੀ ਹੈ ਕਿ ਰੱਬ ਦੀ ਮਿਹਰ ਨਾਲ ਉਸ ਦਾ ਬੇਪਰਵਾਹ ਨਾਇਕ ਸਭ ਝਗੜੇ ਭੁੱਲ ਕੇ ਵਣਾਂ ਦੇ ਰੁੱਖਾਂ ਵਿੱਚੋਂ ਕਿਧਰੋਂ ਨਿਕਲ ਆਵੇ, ਠੀਕ ਹੈ ਨਾ। ਉੱਭੇ ਤੇ ਬੱਦਲ ਢੋਲੇ ਵਿੱਚ ਵਿਸਾਖਾਤ ਕਿਵੇਂ ਪ੍ਰਗਟ ਹੋਇਆ? ਇਸ ਢੋਲੇ ਵਿੱਚ ਨਾਇਕ ਦਾ ਵਿਸਾਖਾਤ ਪ੍ਰਗਟ ਕਰਨ ਲਈ ਦੱਸਿਆ ਗਿਆ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਨਾਇਕਾ ਨਾਲ ਵਿਸ਼ਵਾਸ ਜਿੱਤ ਕੇ ਉਸ ਦੇ ਹੱਥੋਂ ਪਿਆਰ ਦੀ ਨਿਸ਼ਾਨੀ ਛੱਲਾ ਲਾ ਕੇ ਲੈ ਗਿਆ ਹੈ, ਮਤਲਬ ਉਸ ਨਾਲ ਵਿਸ਼ਵਾਸਘਾਤ ਕਰ ਗਿਆ ਹੈ। ਪਰ ਮਗਰੋਂ ਉਹ ਛੱਲਾ ਛੱਡ ਕੇ ਤੁਰ ਗਿਆ ਹੈ। ਉਹ ਆਵਾਜ਼ਾਂ ਮਾਰਦੀ ਹੈ ਪਰ ਉਹ ਨਹੀਂ ਮੁੜਿਆ। ਮੀਆਂ ਰਾਂਝਾ ਢੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੈ? ਇਸ ਢੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਹੀਰ ਨੂੰ ਮਿਲਣ ਦੇ ਕਾਰਨ ਉਤਸ਼ਾਹ, ਹਿੰਮਤ, ਦਲੇਰੀ ਅਤੇ ਬੇਪਰਵਾਹੀ ਵਾਲੀ ਹੈ। ਮੀਆਂ ਰਾਂਝਾ ਢੋਲੇ ਵਿੱਚ ਰਾਂਝੇ ਦੇ ਭਰਾਵਾਂ ਨੇ ਕੀ ਕਿਹਾ? ਭਰਾਵਾਂ ਨੇ ਰਾਂਝੇ ਨੂੰ ਕਿਹਾ ਕਿ ਉਹ ਘਰ ਛੱਡ ਕੇ ਨਾ ਜਾਵੇ। ਉਸ ਦੀਆਂ 7 ਭਰਜਾਈਆਂ ਉਸ ਦੀਆਂ ਤਾਬੇਦਾਰ ਬਣ ਕੇ ਰਹਿਣਗੀਆਂ, ਮਤਲਬ ਦਾਸੀਆਂ ਬਣ ਕੇ ਰਹਿਣਗੀਆਂ। ਉਸ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਛੱਡ ਕੇ ਜਾਣਾ ਨਹੀਂ ਚਾਹੀਦਾ। ਉਹ ਰੱਬ ਦੇ ਨਾਂ ਦੀ ਦੁਹਾਈ ਪਾਉਂਦੇ ਹਨ ਕਿ ਉਹ ਘਰ ਮੁੜ ਆਵੇ। ਮੀਆਂ ਰਾਂਝਾ ਢੋਲੇ ਵਿੱਚ ਰਾਂਝੇ ਨੇ ਆਪਣੇ ਭਰਾਵਾਂ ਨੂੰ ਕੀ ਕਿਹਾ? ਰਾਂਝੇ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਸ ਦਾ ਮਨ ਹੀਰ ਵਿੱਚ ਲੱਗ ਗਿਆ ਹੈ। ਉਸ ਦਾ ਦਿਲ ਜ਼ਿੱਦ ਕਰ ਰਿਹਾ ਹੈ ਕਿ ਉਹ ਹੀਰ ਨੂੰ ਮਿਲੇ, ਇਸ ਕਰਕੇ ਹੁਣ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਉਹ ਪਿੰਡ ਛੱਡ ਕੇ ਜਾ ਰਿਹਾ ਹੈ, ਠੀਕ ਹੈ ਨਾ। ਉਹ ਝੰਗ ਸਿਆਲੀ ਜਾਵੇਗਾ ਅਤੇ ਰਸਤੇ ਵਿੱਚ ਆਉਣ ਵਾਲੀ ਜੋ ਵੀ ਮੁਸੀਬਤ ਹੈ ਉਸ ਦੀ ਪਰਵਾਹ ਨਹੀਂ ਕਰੇਗਾ। ਕੈਲੀਆਂ ਅਤੇ ਕਾਲੀਆਂ ਮੱਝਾਂ ਢੋਲੇ ਵਿੱਚ ਮੱਝਾਂ ਦਾ ਸੁਹੱਪਣ ਕਿਵੇਂ ਦੱਸਿਆ ਗਿਆ ਹੈ? ਮੱਝਾਂ ਦਾ ਰੰਗ ਭੂਰਾ ਅਤੇ ਕਾਲਾ ਹੈ, ਜਿਵੇਂ ਖੁਦ ਅੱਲਾ ਨੇ ਉਸ ਨੂੰ ਅਰਸ਼ਾਂ ਦੇ ਵਿੱਚੋਂ ਲਿਆਂਦਾ ਹੋਵੇ। ਕੈਲੀਆਂ ਅਤੇ ਕਾਲੀਆਂ ਮੱਝਾਂ ਢੋਲੇ ਵਿੱਚ ਦਰਿਆ ਵਿੱਚ ਮੱਝਾਂ ਦਾ ਦ੍ਰਿਸ਼ ਕਿਵੇਂ ਚਿਤਰਿਆ ਹੈ? ਦਰਿਆ ਵਿੱਚ ਵੜ ਕੇ ਮੱਝਾਂ ਟੁੱਬੀਆਂ ਮਾਰਦੀਆਂ ਨੇ ਅਤੇ ਤਾਰੀਆਂ ਲਾਉਂਦੀਆਂ ਹਨ, ਬਹੁਤ ਸੋਹਣੀਆਂ ਲੱਗਦੀਆਂ ਹਨ। ਕੈਲੀਆਂ ਅਤੇ ਕਾਲੀਆਂ ਮੱਝਾਂ ਢੋਲੇ ਵਿੱਚ ਮੱਝਾਂ ਪ੍ਰਤੀ ਉਹਨਾਂ ਨੂੰ ਪਾਲਣ ਵਾਲਿਆਂ ਦਾ ਸਬੰਧ ਕਿਵੇਂ ਦੱਸਿਆ ਗਿਆ ਹੈ? ਮੱਝਾਂ ਨੂੰ ਪਾਲਣ ਵਾਲੇ ਤਕੜੇ ਲੋਕ ਹੁੰਦੇ ਹਨ। ਇਹਨਾਂ ਨੂੰ ਮਾੜੇ ਲੋਕ ਨਹੀਂ ਰੱਖ ਸਕਦੇ। ਇਹਨਾਂ ਦੇ ਚੋਰੀ ਹੋ ਜਾਣ ਅਤੇ ਮਰਨ ਦਾ ਦੁੱਖ ਬਹੁਤ ਅਸਹਿ ਹੁੰਦਾ ਹੈ। ਮੱਝੀ ਮਾਲ ਵਰਿਆਮਾਂ ਦਾ ਮਾੜਿਆਂ ਕੋਲ ਨਾ ਰਹਿੰਦੀਆਂ। ਇਹਨਾਂ ਤੁਕਾਂ ਦਾ ਕੀ ਭਾਵ ਹੈ? ਇਹਨਾਂ ਤੁਕਾਂ ਦਾ ਇਹ ਭਾਵ ਹੈ ਕਿ ਮੱਝਾਂ ਨੂੰ ਰੱਖਣਾ ਕੋਈ ਆਮ ਗੱਲ ਨਹੀਂ। ਇਹਨਾਂ ਨੂੰ ਤਕੜੇ ਲੋਕ ਹੀ ਰੱਖ ਸਕਦੇ ਨੇ। ਮਾੜਿਆਂ ਲੋਕਾਂ ਕੋਲ ਇਹ ਮਤਲਬ ਭਾਵ ਗਰੀਬਾਂ ਦੇ ਕੋਲ ਇਹ ਨਹੀਂ ਰਹਿ ਸਕਦੀਆਂ, ਠੀਕ ਹੈ ਨਾ। ਸੋ ਬੱਚਿਓ, ਇਹ ਸੀ ਢੋਲਾ, ਆਪਣਾ ਵਿਰਸਾ ਬਾਰ ਇਲਾਕੇ ਦਾ ਬਹੁਤ ਸੁੰਦਰ, ਅਤੇ ਇਸ ਨੂੰ ਸੰਭਾਲ ਕੇ ਰੱਖੋ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਠੀਕ ਹੈ ਨਾ। ਆਪਣੇ ਵਿਰਸੇ ਦੀ ਸੰਭਾਲ ਕਰੋ, ਬਹੁਤ ਅਮੀਰ ਹੈ ਬੱਚਿਓ ਇਹ, ਠੀਕ ਹੈ ਨਾ। ਸੰਭਾਲ ਵੀ ਕਰੋ ਅਤੇ ਇਸ ਨੂੰ ਅੱਗੇ ਵੀ ਲੈ ਕੇ ਜਾਓ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।